हाँ जी, चलो अज अपनी स्पीकिंग का टॉपिक है कि किहड़े-किहड़े टॉपिक्स ਆਪਾਂ प्रिपेयर करने ਤਾਂ ਜੋ ਸਾਡੇ ਜਨਰਲ ਟੌਪਿਕ ਡਿਸਕਸ਼ਨ ਹੋ ਸਕੇ, ਸਾਡੇ क्यू कार्ड हो सकਣ, ਸਾਡੇ ਫॉलो अप हो ਸਕਣ। ठीक है, तो सब तो पहले नंबर ਤੇ ਇੱਕ ਚੀਜ਼ ਦੇਖੀ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ हाउ मेनी टाइप ऑफ क्वेश्चंस विल बी देयर, हाउ मेनी टाइप ऑफ क्वेश्चंस विल बी देयर इन योर स्पीकिंग एग्जाम। देयर विल बी 3 टाइप ऑफ क्वेश्चंस based upon you, your cue card and follow-ups. Follow-ups होंगे जेड़े, follow-ups will be based upon some other people. ठीक है, first part will be based upon yourself and the second part will also be based upon yourself but in the past and in the future, sometimes in the present, but majority of times it will be based upon the past and the future. So चलो इन्हें ਆਪਾਂ एक्सप्लेन करना स्टार्ट करते हैं कि ਇਹਦੇ ਵਿੱਚ ਕੀ ਆਪਾਂ ਲਿਖਣਾ, ਕੀ ਹੈ ਨਾ ਕਰਨਾ ਹੁੰਦਾ ਵਾ ਸਾਰਾ। ਦੇਖੋ ਸਭ ਤੋਂ ਪਹਿਲੇ ਧਿਆਨ ਨਾਲ ਕਿ ਕੁਝ ਕੁ ਟੌਪਿਕਸ ਨੇ ਜਿੱਦਾਂ ਐਜੂਕੇਸ਼ਨ, ਸਪੋਰਟ, ਗਿਫਟ, ਲੈਜਰ ਐਕਟੀਵਿਟੀ, ਐਂਟਰਟੇਨਮੈਂਟ, ਬੁੱਕਸ, Song, ਫਿਊਚਰ, ਮੋਟੀਵੇਸ਼ਨ, ਗਲੋਬਲਾਈਜੇਸ਼ਨ, ਕ੍ਰਾਈਮ, ਪਨਿਸ਼ਮੈਂਟ, ਸੈਲੀਬ੍ਰਿਟੀ, ਸੋਸ਼ਲ ਮੀਡੀਆ, ਫਰੈਂਡ, ਟਰੈਵਲ, ਮਨੀ ਐਂਡ ਪਰਸਨਲ ਕੁਐਸਚਨਸ। ਤੁਸੀਂ ਸਾਰੇ ਜਿਹੜੇ ਟੌਪਿਕਸ ਨੇ ਲਿਖ ਵੀ ਸਕਦੇ ਹੋ ਆਪਣੀ ਸਾਰੇ ਜਾਣੇ ਕਾਪੀ ਦੇ ਉੱਤੇ, ਬਿਕੋਜ਼ ਮੇਨ ਇਹਨਾਂ ਦੇ ਵਿੱਚੋਂ ਹੀ ਤੁਹਾਡੇ ਸਪੀਕਿੰਗ ਦੇ ਕੁਐਸਚਨਸ ਹੋਣਗੇ ਗਾਰੰਟਿਡ। ਇਹਨਾਂ ਦੇ ਕੋਈ ਇੱਕ ਜਾਂ ਦੋ ਟੌਪਿਕ ਚੱਕਦੇ ਹੁੰਦੇ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਪਰਸਨਲ ਕੁਐਸਚਨ ਤੋਂ ਸਟਾਰਟ ਕਰਦੇ ਹਾਂ, ਜਿਹੜਾ ਐਂਡ ਦੇ ਵਿੱਚ ਸਾਡਾ ਟੌਪਿਕ ਆ ਪਰਸਨਲ ਕੁਐਸਚਨ। ਤੁਸੀਂ ਸਾਰਿਆਂ ਨੇ ਦੇਖਿਆ ਕਿ ਪਰਸਨਲ ਕੁਐਸਚਨ ਦਾ ਹੈਗਾ ਵਾ ਸਾਡੇ ਕੋਲ ਇੱਕ ਟੌਪਿਕ। ਹੁਣ ਉਹਦੇ ਵਿੱਚ ਕੁਐਸਚਨਸ ਕਿਹੜੇ ਹੁੰਦੇ ਆ? ਵਾਟ ਇਜ਼ ਯੂਰ ਨੇਮ, where do you live, what should I call you, how may I address you, what is your purpose of life, what is your aim of the life, what is your goal, where do you want to go, what have you studied। ठीक है, इदां दे सारे क्वेश्चंस ने ਜਿਹੜੇ ਉਹ ਪਰਸਨਲ ਕੁਐਸਚਨਸ ਦੇ ਟਾਈਪ ਚ ਆ ਜਾਂਦੇ ਆ। ਠੀਕ ਹੈ, ਹੁਣ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਐਜੂਕੇਸ਼ਨ ਆ, ਜਿਹੜਾ ਫਰਸਟ ਹੈ ਆਪਣਾ ਐਜੂਕੇਸ਼ਨ ਦੇ ਵਿੱਚ ਕੁਐਸਚਨਸ ਕਿਹਦੇ ਆਉਂਦੇ ਆ? ਠੀਕ ਆ, ਐਜੂਕੇਸ਼ਨ ਦੇ ਵਿੱਚ ਕੁਐਸਚਨਸ ਆ ਜਾਂਦੇ ਆ ਤੁਹਾਡੇ which is your favorite subject, what have you studied। ਠੀਕ ਆ, ਸੋ ਉਹਦੇ ਰਿਲੇਟਡ ਜਿਹੜੇ ਵੀ ਕੁਐਸਚਨਸ ਦੀ ਟਾਈਪ ਹੁੰਦੀ ਆ ਉਹ ਐਜੂਕੇਸ਼ਨ ਚ ਹੁੰਦੀ ਆ। ਸਪੋਰਟ ਦੇ ਵਿੱਚ ਤੁਹਾਨੂੰ ਪਤਾ ਵਾ ਫੇਵਰਿਟ ਸਪੋਰਟ, ਵਾਈ ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਹਨਾ, ਉਹ ਸਾਰੀਆਂ ਟਾਈਪਸ ਇਹਦੇ ਵਿੱਚ ਆਏ ਨੇ। ਗਿਫਟ ਦੇ ਵਿੱਚ ਮੈਨੂੰ ਗਿਫਟ ਪੇਪਰ ਚ ਆਈ ਸੀਗੀ, ਮੈਨੂੰ ਆਇਆ ਸੀਗਾ ਕਿ which type of gifts do you usually give to your friends and family। मैं क्वेश्चन आंसर देता सीगा, I don't like to give the traditional gifts like giving perfumes and giving mobile phones। I like to give something extraordinary which they could set to their showcase and people would see and say who gave it to you। So that is why I like to give extraordinary pottery। ठीक है, सो आ मेरा आंसर सीगा pottery, earthen pots, ਘੜੇ, ਮਟਕੇ ਜਿਹੜੇ ਡਿਜ਼ਾਈਨਰ ਹੁੰਦੇ ਆ। ਮੈਂ ਕਹਤਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਮੈਂ ਤਾਂ ਸਾਰੇ ਪੋਟਰੀ ਤੋਂ ਹੀ ਪੁੱਛਿਆ ਕੁਐਸਚਨਸ ਕਿ ਕਿੱਦਾਂ ਦੀ ਪੋਟਰੀ, ਕਿਵੇਂ, ਕਦੇ ਬਣਾਈ ਆ, ਕਿੱਥੇ ਖਰੀਦ ਸਕਦੇ ਆ, ਕਿੱਥੇ ਨਹੀਂ ਖਰੀਦ ਸਕਦੇ, ਅੱਜ ਕੱਲ ਮਿਲਦੀ ਆ ਨਹੀਂ ਮਿਲਦੀ, ਤੁਹਾਡੇ ਘਰ ਦੇ ਨੇੜੇ ਤੇੜੇ ਮਿਲਦੀ ਆ, ਕਿਹੜਾ ਬੰਦਾ ਵਾ ਜਿਹੜਾ ਸਭ ਤੋਂ ਵਧੀਆ ਪੋਟਰੀ ਬਣਾਉਂਦਾ, ਕਦੇ ਬਣਾਈ ਆ, ਮੇਲਿਆਂ ਦੇ ਉੱਤੇ ਬਣਾਉਣ ਨੂੰ ਮਿਲਦੀ ਹੈ। ਜਿਵੇਂ ਬਹੁਤ ਕੁਐਸਚਨਸ ਪੁੱਛੋ ਉਸ ਬੰਦੇ ਦੇ, ਜੋ 20 25 ਕੁਐਸਚਨ ਪੁੱਛੋਗੇ ਇਹਦੇ ਰਿਲੇਟਡ। ਸੋ ਹਮੇਸ਼ਾ ਹੀ ਆਨਸਰ ਉਹ ਦਿਓ ਜਿਹਦੇ ਬਾਰੇ ਤੁਹਾਨੂੰ ਪਤਾ। ਮੈਨੂੰ ਪਤਾ ਸੀਗਾ ਪੋਟਰੀ ਦੇ ਬਾਰੇ ਤਾਂ ਮੈਂ ਬੋਲਤਾ, ਜੇ ਤੁਹਾਨੂੰ ਨਹੀਂ ਪਤਾ ਹੈਗਾ ਤਾਂ ਪੰਗਾ ਨਾ ਲਿਓ। ठीक है, हमेशा कोई ऐसी चीज बोलो जिदे बारे ਤੁਹਾਨੂੰ अगले 10 ਤੋਂ 15 ਕੁਐਸਚਨਸ ਦਾ ਆਨਸਰ ਹੈਗਾ ਵਾ। ਠੀਕ ਆ, ਹੁਣ ਇਸ ਤੋਂ ਬਾਅਦ ਦੇ ਵਿੱਚ ਲੇਅਰ ਐਕਟੀਵਿਟੀ ਆ ਜਾਂਦਾ। ਮੈਂ ਤੁਹਾਨੂੰ ਸ਼ੋ ਕਰਾ ਰਿਹਾ ਸਾਰਿਆਂ ਨੂੰ ਐਕਸਪਲੇਨ ਕਰਕੇ ਥੋੜਾ ਕਿ ਤੁਹਾਨੂੰ ਪਤਾ ਲੱਗ ਜੇ ਕਿ ਕਿਹੜੀ ਟਾਈਪ ਆ। ਬਿਕੋਜ਼ ਐਂਡ ਦੇ ਵਿੱਚ ਮੈਂ ਤੁਹਾਨੂੰ ਮੇਨ ਦੱਸਣਾ ਕਿ ਮੈਂ ਤੁਹਾਨੂੰ ਸਮਝਾਤਾ ਤੇ ਰਿਹਾ ਸਾਰਾ ਕੁਝ। ਲੇਅਰ ਐਕਟੀਵਿਟੀ ਸਾਡੀ ਚੌਥੀ ਟਾਈਪ ਆ। ਇਹਦੇ ਵਿੱਚ ਆ ਜਾਂਦੇ ਪਹਿਲਾਂ ਤਾਂ ਲੇਅਰ ਮਤਲਬ ਸਮਝ ਲਓ ਫ੍ਰੀ ਟਾਈਮ। ठीक है, लेयर एक्टिविटी, फ्री टाइम एक्टिविटी, ਜਿਹੜੀ ਤੁਸੀਂ ਖਾਲੀ ਸਮੇਂ ਦੇ ਵਿੱਚ ਜਿਹੜੀ ਐਕਟੀਵਿਟੀ ਕਰ ਰਹੇ ਹੋ, that is called layer activity। ਲਾਈਕ ਤੁਹਾਡੀ ਹੌਬੀ ਹੋ ਸਕਦੀ ਹੈ, ਇਹਦੇ ਵਿੱਚ ਮੇਨ
फ्री टाइम एक्टिविटी तो ऐसी होंगी हॉबी कोई स्पोर्ट वो सारी चीज़ों से एक्सप्लेन करना उन्हें क्वेश्चन की स्टार्टिंग इदा करनी है डू यू हैव एनी लेयर एक्टिविटी व्हाट इज योर लेयर एक्टिविटी व्हाट डू यू डू इन योर लेयर टाइम talk about some of the activities which you do in your leisure time इदा उन्हें एक्सप्लेन करना स्टार्टिंग करना शुरू कर देना ਤੇ ਤੁਸੀਂ ਇਹਦੇ ਆਨਸਰ ਦੇਣੇ ਐਂਡ ਆਫਟਰ ਦੈਟ ਐਂਟਰਟੇਨਮੈਂਟ ਹੁਣ ਜੋ ਐਂਟਰਟੇਨਮੈਂਟ ਆ ਇਹਦੇ ਵਿੱਚ ਕੀ ਕੀ ਚੀਜ਼ ਆ ਜਾਂਦੀ ਹੈ ਸੁਣੋ ਧਿਆਨ ਨਾਲ ਇਹ ਦੋ ਅੱਗੇ ਲਿਖੇ ਹੋਏ ਦੋ ਭਾਗ ਇਹਦੇ ਵਿੱਚ ਆ ਜਾਂਦੇ ਆ ਬੁੱਕਸ ਵੀ ਐਂਟਰਟੇਨਮੈਂਟ ਚ ਆ ਜਾਂਦਾ ਵਾ ਹਾਲਾਂਕਿ ਬੁੱਕਸ ਦੇ ਨਾਲ ਤੁਹਾਨੂੰ ਆਥਰ ਵੀ ਪ੍ਰਿਪੇਅਰ ਕਰਨਾ ਪੈਣਾ ਹੈ ਸੌਂਗਸ ਵੀ ਐਂਟਰਟੇਨਮੈਂਟ ਚ ਆ ਜਾਂਦਾ ਮੂਵੀਜ਼ ਵੀ ਐਂਟਰਟੇਨਮੈਂਟ ਚ ਆ ਜਾਂਦੀਆਂ ਠੀਕ ਆ ਐਂਟਰਟੇਨਮੈਂਟ ਦੇ ਜਿਹੜੇ ਵੀ ਸਰੋਤ ਨੇ ਤੁਹਾਡੇ ਐਂਟਰਟੇਨਮੈਂਟ ਚ ਆ ਜਾਂਦੇ ਆ ਸੋ ਉਹਨੂੰ ਆਪਣਾ ਬੜੇ ਸੋਹਣੇ ਤਰੀਕੇ ਦੇ ਨਾਲ ਆਪਣਾ ਐਕਸਪਲੇਨ ਕਰ ਲਿਓ ਤੇ ਯਾਦ ਕਰ ਲਿਓ ਸਮਝ ਲਿਓ ਕਿ ਕਿਹੜੇ ਕੁਐਸਚਨ ਸਿੱਧੇ ਰਿਗਾਰਡਿੰਗ ਆ ਸਕਦੇ ਆ ਫਿਊਚਰ ਦੇ ਵਿੱਚ ਕੈਸੇ ਕੁਐਸਚਨਸ ਆਉਂਦੇ ਨੇ ਵੇਅਰ ਕੈਨ ਯੂ ਸੀ ਯੋਰਸੈਲਫ 10 ਇਅਰਸ ਫਰਮ ਨਾਓ ਇਹ ਜਿਹੇ ਕੁਐਸਚਨਸ ਆ ਸਕਦੇ ਆ what would you be doing 5 years from now what do you want to do which is your favorite car acha that is my favorite car how will you get that car how will you own that car ਐਦਾਂ ਦੇ ਕੁਐਸਚਨਸ ਆਉਂਦੇ ਫਿਊਚਰ ਦੇ ਵਿੱਚ ਆਉਂਦੇ ਹੁੰਦੇ ਕੁਐਸਚਨਸ ਉਸ ਟਾਈਪ ਨੂੰ ਐਕਸਪਲੇਨ ਉਸ ਟਾਈਪ ਨੂੰ ਐਕਸਪਲੋਰ ਕਰੋ ਮੋਟੀਵੇਸ਼ਨ ਇਹ ਵੀ ਟੌਪਿਕ ਹੁੰਦਾ ਕੁਐਸਚਨ ਦਾ where do you get your motivation from ऐसा क्वेश्चन सुनना स्टार्टिंग में मिल गया डू यू थिंक मोटिवेशन इज नेसेसरी इन एवरीवनस लाइफ हाउ कैन पीपल गेट मोटिवेशन व्हाई मोस्ट ऑफ द पीपल आर demotivated do you think your life is stressful ऐसा क्वेश्चंस आते हैं मोटिवेशन तो बाद ग्लोबलाइजेशन का टॉपिक है व्हाट इज ग्लोबलाइजेशन इधर रिलेटेड बहुत सारे क्वेश्चंस बनते हैं ग्लोबलाइजेशन ਦੇ ਤਾਂ ਤੁਹਾਨੂੰ ਫੀਨੋਮੀਨਾ ਦੱਸ ਦੇਣਾ ਕਿ ग्लोबलाइजेशन ਕਿਹਨੂੰ ਕਹਿੰਦੇ ਆ ਜਦ ਸਿੰਪਲ ਇੱਕ ਫੰਡਾ ਜਦ ਤੁਹਾਡੇ ਇੱਕ ਦੇਸ਼ ਦੀ ਚੀਜ਼ ਕਿਸੇ ਵੀ ਰੈਂਡਮ ਇੱਕ ਕੰਟਰੀ ਦੇ ਵਿੱਚ ਮਿਲ ਰਹੀ ਆ ਤੁਹਾਡੇ ਦੇਸ਼ ਦੀ ਚੀਜ਼ ਚਾਹੇ ਕਲਚਰ ਆ ਚਾਹੇ ਲੈਂਗੁਏਜ ਆ ਚਾਹੇ ਗੁੱਡਸ ਨੇ ਯਾਨੀ ਚੀਜ਼ਾਂ ਪ੍ਰੋਡਕਟਸ ਨੇ ਹਨਾ ਤੁਹਾਡੇ ਉੱਧਰ ਦੂਜੇ ਦੇਸ਼ 'ਚ ਮਿਲ ਰਹੀਆਂ ਨੇ ਜਿੰਨੀ ਜ਼ਿਆਦਾ ਵਧੀਆ ਕੁਆਂਟੀਟੀ 'ਚ ਮਿਲ ਰਹੀਆਂ ਨੇ ਉਨੀ ਜ਼ਿਆਦਾ ਗਲੋਬਲਾਈਜੇਸ਼ਨ ਗਲੋਬਲਾਈਜੇਸ਼ਨ ਕਈ ਸਾਰੇ ਐਸਪੈਕਟਸ ਤੋਂ ਹੁੰਦੀ ਆ ਟ੍ਰੇਡਿੰਗ ਪੱਖੋਂ ਹੁੰਦੀ ਆ ਇੱਕ ਦੂਜੀ ਕੰਟਰੀ ਨਾਲ ਟ੍ਰੇਡ ਹੁੰਦਾ ਤਾਂ ਗਲੋਬਲਾਈਜੇਸ਼ਨ ਵੱਧਦੀ ਆ ਗਲੋਬਲਾਈਜੇਸ਼ਨ ਉਦੋਂ ਵੀ ਵੱਧਦੀ ਹੁੰਦੀ ਆ ਜਦ ਸਾਡਾ ਕਲਚਰ ਤੇ ਲੈਂਗੁਏਜ ਦੇ ਵਿੱਚ ਟ੍ਰੇਡ ਹੁੰਦਾ ਇੱਕ ਕੰਟਰੀ ਦੂਜੀ ਕੰਟਰੀ ਦੇ ਵਿੱਚ ਹਨਾ ਸੋ ਉਹਨੂੰ ਗਲੋਬਲਾਈਜੇਸ਼ਨ ਕਹਿੰਦੇ ਆ ਇਹਦੇ ਰਿਲੇਟਡ ਉਹਨੂੰ ਕੁਐਸਚਨਸ ਪੁੱਛ ਲੈਣੇ ਆ ਹਾਊ ਕੈਨ ਗਲੋਬਲਾਈਜੇਸ਼ਨ ਬੀ ਇਨਕਰੀਜ਼ਡ ਡੂ ਯੂ ਥਿੰਕ ਗਲੋਬਲਾਈਜੇਸ਼ਨ ਇਜ਼ ਬੀਇੰਗ ਅਫੈਕਟਡ ਬਾਈ ਦੀ ਇਨਕਰੀਜ਼ ਇਨ ਦੀ ਲੋਕਲ ਇਕਨੋਮੀ ਐਦਾਂ ਦੇ ਕੁਐਸਚਨ ਉਹਨੇ ਪੁੱਛ ਲੈਣੇ ਵੀ ਜੇ ਲੋਕਲ ਇਕਨੋਮੀ ਵਧੂਗੀ ਤਾਂ ਤੁਹਾਨੂੰ ਲੱਗਦਾ ਗਲੋਬਲਾਈਜੇਸ਼ਨ ਤੇ ਕੋਈ ਇਫੈਕਟ ਪਊਗਾ ਸਿੱਧਾ ਪਊਗਾ ਗਲੋਬਲਾਈਜੇਸ਼ਨ ਘਟੂਗੀ ਜੇ ਦੇਖੋ ਲੋਕਲ ਇਕਨੋਮੀ ਵਧੂਗੀ ਤਾਂ they will never be dependent on the foreign companies if foreign companies do not invest in the local economy and the local communities they will not get the exposure of that communities and that communities will never get the exposure of that foreign countries so eventually the thing which happen is both will be abandoned by each and everyone ਠੀਕ ਆ ਦੋਨੋਂ ਇੱਕ ਦੂਜੇ ਲਈ ਅਬੈਂਡਨ ਹੋ ਜਾਣਗੇ ਮਤਲਬ ਇੱਕ ਦੂਜੇ ਲਈ ਛੱਡੇ ਜਾਣਗੇ ਐਕਸਪੋਜ਼ਰ ਮਿਲਣਾ ਘੱਟ ਜੂ ਜਿਹਦੇ ਕਰਕੇ ਕੀ ਹੋਊਗਾ ਗਲੋਬਲਾਈਜੇਸ਼ਨ ਘੱਟ ਜੂ ਮਤਲਬ ਇਦਾਂ ਦੇ ਕੁਐਸਚਨਸ ਬਣ ਕੇ ਆ ਜਾਂਦੇ ਨੇ ਉਹਦੇ ਰਿਲੇਸ਼ਨ ਕਰ ਦੇਣਾ ਦੋ ਚੀਜ਼ਾਂ ਦੇ ਵਿੱਚ ਉਹ ਜੇ ਤੁਹਾਨੂੰ ਦੋਨੋਂ ਚੀਜ਼ਾਂ ਦਾ ਕਨਸੈਪਟ ਕਲੀਅਰ ਹੈ ਤੁਸੀਂ ਤਾਂ ਉਹਦੇ ਆਨਸਰ ਦੇ ਸਕਦੇ ਇਹ ਫਾਲੋ ਅਪ ਚ ਆਉਂਦੇ ਹੁੰਦੇ ਨੇ ਆਨਸਰ ਮੇਨਲੀ ਹਨਾ ਜਿਹੜੇ ਰਿਲੇਸ਼ਨਸ ਵਾਲੇ ਕੁਐਸਚਨਸ ਹੁੰਦੇ ਆ ਕ੍ਰਾਈਮ increase in the crime decrease in the crime punishment है ना ये सेम सिंपल ਜਿਹੜਾ ਇੱਕ ਟੌਪਿਕ ਹੁੰਦਾ ਸਾਡਾ ਉਹੀ ਹੈ ਸਿੰਪਲ ਜਿਹਾ ਟੌਪਿਕ ਆ ਸਾਡਾ ਐਂਡ ਆਫਟਰ ਦੈਟ ਸੈਲੀਬ੍ਰਿਟੀ ਦੇਖੋ ਇਹਦੇ ਵਿੱਚ ਕੀ ਆ ਜਾਂਦਾ ਇਹਦੇ ਵਿੱਚ ਅੱਜ ਕੱਲ ਦੇ ਇਨਫਲੂਐਂਸਰ ਆ ਜਾਂਦੇ ਹਨਾ ਸੈਲੀਬ੍ਰਿਟੀ ਦੇ ਵਿੱਚ ਮੂਵੀ ਐਕਟਰ ਵਗੈਰਾ ਕਿਸੇ ਕੋਈ ਐਸਾ ਸੈਲੀਬ੍ਰਿਟੀ ਦੱਸੋ ਜਿਹਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਕਿਉਂ ਮਿਲਣਾ ਚਾਹੁੰਦੇ ਹੋ ਉਹਦੀ ਕੋਈ ਅਚੀਵਮੈਂਟ ਦੱਸੋ ਐਦਾਂ ਮਤਲਬ ਇੱਕ
ਲੜੀ ਚੱਲ ਪੈਂਦੀ ਹੁੰਦੀ ਹੈ, ਠੀਕ ਹੈ ਨਾ। ਆਫਟਰ ਦੈਟ ਸੋਸ਼ਲ ਮੀਡੀਆ ਕਨੈਕਸ਼ਨ, ਸੋਸ਼ਲ ਮੀਡੀਆ ਐਪ ਕਿਹੜੀ ਚਲਾਉਣੇ, ਕਿਉਂ ਚਲਾਉਣੇ, ਕਿਵੇਂ ਚਲਾਉਣੇ, ਕਿਹੜੀ ਚੀਜ਼ ਤੇ ਚਲਾਉਣੇ, ਇੰਟਰਨੈਟ ਤੇ ਚਲਾਉਣੇ ਹੋ, ਕੋਈ ਫਾਇਦਾ ਦੱਸੋ, ਨੁਕਸਾਨ ਦੱਸੋ, ਕਦ ਫਾਊਂਡ ਕੀਤੀ ਗਈ ਸੀ, ਉਹ ਚੀਜ਼ਾਂ ਸੋਸ਼ਲ ਮੀਡੀਆ ਦੇ ਵਿੱਚ ਹੁੰਦੀਆਂ ਨੇ, ਹਨਾ। ਕੁਐਸਚਨ ਉਹਦੇ ਵਿੱਚ ਹੁੰਦੇ ਆ। ਫਰੈਂਡਸ ਬਣਾਉਣੇ ਪਸੰਦ ਨੇ, ਨਹੀਂ ਬਣਾਉਣੇ ਪਸੰਦ, ਕੀ ਆ, ਕਿਉਂ ਆ, ਫਾਇਦੇਮੰਦ ਹੁੰਦੇ, ਨੁਕਸਾਨਦਾਇਕ ਹੁੰਦਾ, ਕੋਈ ਟਾਈਮ ਦੱਸੋ ਨਾ। ਇਹਦੇ ਰਿਲੇਟਡ ਫਰੈਂਡਸ ਦੇ ਰਿਲੇਟਡ ਕਾਫੀ ਸਾਰੇ ਕੁਐਸਚਨਸ ਆ ਜਾਂਦੇ ਹੁੰਦੇ ਨੇ। ਕਿਹੋ ਜਿਹੇ ਫਰੈਂਡਸ ਨੇ ਜਿਹੜੇ ਬਣਾਉਣੇ ਨਹੀਂ ਚਾਹੀਦੇ, ਕਿਹੋ ਜਿਹੇ ਫਰੈਂਡਸ ਨੇ ਜਿਹੜੇ ਮਤਲਬੀ ਹੁੰਦੇ ਆ। ਇਦਾਂ ਦੇ ਕੁਐਸਚਨਸ ਜਿਹੜੇ ਹੁੰਦੇ ਆ ਫਰੈਂਡਸ ਵਾਲੇ ਟੌਪਿਕ ਦੇ ਵਿੱਚ ਆਉਂਦੇ। ਟਰੈਵਲ ਦਾ ਟੌਪਿਕ ਅਗਲਾ, ਵੇ ਵੁੱਡ ਯੂ ਲਾਈਕ ਟੂ ਗੋ ਫॉर ਟਰੈਵਲਿੰਗ, ਵਰਲਡ ਟੂਰ, ਟਰੈਵਲ, ਹਨਾ। ਇਦਾਂ ਦੇ ਜਿਹੜੇ ਕੁਐਸਚਨਸ ਹੁੰਦੇ ਆ ਕਿ why people are going to the foreign countries, if foreigners are coming to your country for exploring your country, why not the people of India are exploring itself? ਇਦਾਂ ਦੇ ਕੁਐਸਚਨਸ ਆ ਜਾਂਦੇ ਹੁੰਦੇ ਆ, ਠੀਕ ਹੈ ਨਾ। ਸੋ ਵੀ ਮਤਲਬ ਜੇ ਵੀ ਇੰਡੀਅਨ ਪੀਪਲ ਬਾਹਰ ਕਦੇ ਜਾ ਰਹੇ ਆ, ਜਦ ਕਿ ਬਾਹਰਲੇ ਲੋਕ ਤੁਹਾਡੇ ਇੰਡੀਆ ਜਾ ਰਹੇ ਆ, ਤੁਹਾਡੇ ਇੰਡੀਆ ਨੂੰ ਐਕਸਪਲੋਰ ਕਰਨ ਲਈ, ਤੇ ਇੰਡੀਅਨ ਪੀਪਲ ਇੰਡੀਆ ਵੀ ਕਿਉਂ ਨਹੀਂ ਐਕਸਪਲੋਰ ਕਰ ਰਹੇ। ਸੋ ਇਦਾਂ ਦੇ ਜਿਹੜੇ ਕੁਐਸਚਨਸ ਨੂੰ ਦੇਖੋ ਕਿੱਡਾ ਕੁਐਸਚਨ ਬਣਿਆ। ਇਦਾਂ ਦੇ ਕੁਐਸਚਨਸ ਹੁੰਦੇ ਉਹ ਵੀ ਤੁਹਾਨੂੰ ਪੁੱਛ ਸਕਦੇ ਹੁੰਦੇ ਆ, ਇਦਾਂ ਦੇ ਕੁਐਸਚਨਸ। ਸੋ ਉਹਨਾਂ ਨੂੰ ਵੀ ਆਪਾਂ ਐਕਸਪਲੇਨ ਕਰਨਾ, ਉਹਨਾਂ ਨੂੰ ਬਣਾਉਣਾ ਸਿੱਖਣਾ ਵਾ। ਮਨੀ ਦੇ ਰਿਲੇਟਡ ਕੁਐਸਚਨਸ ਹੁੰਦੇ ਆ, ਸੇਵਿੰਗ ਮਨੀ, ਹਨਾ, ਹਾਊ ਕੈਨ ਮਨੀ ਬੀ ਸੇਵਡ, ਐਂਡ ਇਨਵੈਸਟਿੰਗ ਮਨੀ, ਸੇਵਿੰਗ ਮਨੀ, ਮਨੀ ਮੇਕਿੰਗ, ਬਿਜ਼ਨਸ, ਇਦਾਂ ਦੇ ਜਿਹੜੇ ਕੁਐਸਚਨ ਨੇ ਮਨੀ ਚ ਆ ਜਾਂਦੇ ਆ। ਪਰਸਨਲ ਵੈਲਥ, ਬਸ ਆਹ ਸਾਰੇ ਜਿਹੜੇ ਕੁਐਸਚਨਸ ਨੇ ਆਪਣੇ, ਹਨਾ, ਸਾਰੇ ਮੇਨ ਟੌਪਿਕਸ ਨੇ। ਹੁਣ ਦੇਖੋ ਦੱਸਣ ਦਾ ਮੀਨਿੰਗ ਕੀ ਹੈ। ਮੈਂ ਪਹਿਲਾਂ ਦੱਸਿਆ ਸੀਗਾ ਵੀ ਤੁਹਾਨੂੰ ਕਾਹਦੇ ਦੱਸ ਰਿਹਾ ਮੈਂ ਸਾਰੇ ਕਿ ਇਹਦਾ ਮਤਲਬ ਕੀ ਹੁੰਦਾ। ਹੁਣ ਸੁਣੋ ਸਾਰੇ ਆਹ ਜਿਹੜੇ ਟੌਪਿਕ ਨੇ 1 2 3 4 5 6 7 8 9 10 11 12 13 14 15 16 17 18 ਨਹੀਂ 17 ਟੌਪਿਕਸ ਨੇ, ਹਨਾ। 7 ਡੇਲੀ ਤੁਸੀਂ ਕੀ ਕਰਨਾ, 17 ਦਿਨ ਦਾ ਕੰਮ ਹੈ। ਇੱਕ ਟੌਪਿਕ ਚੱਕਣਾ, ਕਾਪੀ ਦੇ ਉੱਤੇ ਲਿਖ ਦੇਣਾ, ਇੰਟਰਨੈਟ ਤੇ ਜਾਣਾ, IELTS questions या IELTS speaking questions related education। ਤੁਹਾਡੇ ਕੋਲ ਇੰਟਰਨੈਟ ਦੇ ਉੱਤੇ ਕਈ 100 ਕੁਐਸਚਨ ਨਿਕਲ ਆਉਣੇ, ਕਈ 100 ਨਹੀਂ ਤਾਂ 50 60 ਤੱਕ ਗਾਰੰਟਡ ਆ ਕੇ ਨਿਕਲਣਗੇ ਜਦ ਤੁਸੀਂ ਇੰਟਰਨੈਟ ਤੋਂ ਲਿਖੋਗੇ। IELTS speaking questions related education। ਕੁਐਸਚਨ ਇੱਕ ਹੈ, ਤੁਸੀਂ ਕੀ ਕਰਨਾ, ਕੁਐਸਚਨਸ ਨੂੰ ਉਹਦੇ ਥੱਲੇ ਲਿਖ ਲੈਣਾ, कल्ले क्वेश्चन को आप आंसर करके आंसर नहीं लिखना है, कल्ला क्वेश्चन नहीं लिखना, आप आंसर करके देखना। क्योंकि कोई भी चीज ना लिखी हुई याद नहीं करते। रियलिटी स्पीकिंग से देखो तुसी याद है ना पेपर च भूल जाते हैं, थोड़े सीधा एट टाइम मन च आना चाहिए तां जो रियल लगे चीज, ठीक है। तो दैट इज व्हाई तुसी की करोगे सारे जेडे क्वेश्चन सुनगे ਤੁਹਾਡੇ ना वो लिख लेना, फिर कल्ले ਨੂੰ आंसर देने की कोशिश करनी है। इदां ना तुसी एजुकेशन ਤੇ लाइक पर्सनल क्वेश्चंस तक जाना, ਤੁਹਾਨੂੰ ਕੱਲੇ ਇੱਕ ਟੌਪਿਕ ਦੇ ਵਿੱਚ ਕੁਐਸਚਨਸ ਪਤਾ ਹੋਣੇ ਚਾਹੀਦੇ कैसे आ ਸਕਦੇ, ਤਾਂ ਜੋ ਜਦ ਤੁਸੀਂ ਪੇਪਰ 'ਚ ਬੈਠੇ ਹੋਵੋ ਤੇ ਤੁਹਾਨੂੰ ਕੁਐਸਚਨ ਪੁੱਛੇ, ਤੁਸੀਂ ਉਹਨੂੰ ਵਾਈ ਪੁੱਛਣ ਦਾ ਨਾ ਛੱਡੋ ਕਿ ਵੀ ਤੁਹਾਡੇ ਤੋਂ ਵਾਈ ਪੁੱਛ ਲਵੇ ਬੰਦਾ, ਐਦਾਂ ਨਾ ਛੱਡੋ। ਬਿਕੋਜ਼ ਮੋਸਟ ਆਫ ਦਾ ਟਾਈਮ ਬਿਕੋਜ਼ ਹੋ ਸਕਦਾ ਹੈ ਨਾ ਕਾਫੀ ਮੇਰੇ ਵਿਊਅਰਸ ਵੀ ਜਾਂ ਤੁਸੀਂ ਸਾਰੇ ਹਨ ਜਿਹੜੇ ਮੇਰੇ ਆਫਲਾਈਨ ਸਟੂਡੈਂਟ ਹੋ, ਤੁਸੀਂ ਪਹਿਲਾਂ ਪੇਪਰ ਦਿੱਤਾ ਹੋ ਸਕਦਾ ਵਾ, ਤੁਸੀਂ ਜਾਂ ਪੇਪਰ ਦਿੱਤਾ ਸੀਗਾ, ਇਹ ਵੀ ਹੋ ਸਕਦਾ ਜਾਂ ਤੁਸੀਂ ਪਿਛਲੀ ਵਾਰ ਉਹਨੇ ਤੁਹਾਡੇ ਤੋਂ ਕੋਈ ਕੁਐਸਚਨ ਪੁੱਛਿਆ कि where do you get your motivation from, है ना। ऐदा दा मैंने क्वेश्चन पूछा, I get my motivation from my father, ऐदा दा तुसी आंसर देता, फिर उन्हें why पूछ लिया, क्यों पूछया, बिकॉज़ ਤੁਹਾਡਾ आंसर इनकम्प्लीट ਸੀਗਾ। ਤੁਹਾਡੇ ਆਨਸਰ ਨੂੰ ਚਾਹੀਦਾ ਸੀਗਾ ਆਪਣੇ ਆਪ ਦੇ ਨਾਲ ਇੱਕ ਸਪੋਰਟਿੰਗ ਕੰਟੈਂਟ ਲੈ ਕੇ ਚੱਲਣਾ। ਹਮੇਸ਼ਾ ਹੀ ਤੁਹਾਡੇ ਆਨਸਰ ਦੇ ਨਾਲ ਇੱਕ ਸਪੋਰਟਿੰਗ ਲਾਈਨ ਜ਼ਰੂਰੀ ਆ। I get my motivation from my father because he has built a lot of empire from scratch, because in the starting age, in the initial age, my father's forefather came from the other country and they were actually refugees, and from that scratch they have built a lot of things, like we have enormous house, buildings and etc। मतलब इस हिसाब नाल तुसीं उत्थे जाके गप्पां मार सकदे हो, बट इस तरीके दे नाल सुनाउणा हुंदा कि मैनूं फादर तो मोटिवेशन मिलती है, क्योंकि मेरे फादर ने ना छोटी चीज़ तो बड़ी चीज़ बनाई आ। जिहड़े मेरे फोर फादर्स सीगे, FORE नहीं FORE फादर्स, फोर फादर्स, इहदा मतलब हुंदा अपने दादे परदादे, है ना,
ਜਿਹੜੇ ਆਪਣੇ ਦਾਦੇ ਪੜਦਾਦੇ ਬਾਬੇ ਸੀਗੇ ਵੀ ਉਹ ਰਿਫਿਊਜੀ ਸੀਗੇ, ਇੱਧਰੋਂ ਆਏ ਤੇ ਉਹਨਾਂ ਨੇ ਬੜੇ ਸਕ੍ਰੈਚ ਤੋਂ ਚੀਜ਼ਾਂ ਬਣਾਉਣੀਆਂ ਸਟਾਰਟ ਕੀਤੀਆਂ ਤੇ ਅੱਜ ਮੇਰੇ ਫਾਦਰ ਨੇ ਉਹ ਚੀਜ਼ਾਂ ਨੂੰ ਬੜੀ ਦੂਰ ਤੱਕ ਲੈ ਗਿਆ। ਸੋ ਦੈਟ ਇਜ਼ ਵਾਈ ਆਈ ਗੈਟ ਮੋਟੀਵੇਸ਼ਨ ਫਰੋਮ ਮਾਈ ਫਾਦਰ। ਇਹ ਚੀਜ਼ ਤੁਸੀਂ ਇਹ ਚ ਲਗਾ ਸਕਦੇ ਹੋ। ਸੋ ਹੁੰਦਾ ਕੀ ਆ, ਬੇਸਿਕਲੀ ਤੁਸੀਂ ਸਾਰੇ ਜਿਹੜੇ ਟੌਪਿਕਸ ਨੇ ਉਹ ਆਨਲਾਈਨ ਪੜ੍ਹਦੇ ਆ, ਕੁਐਸਚਨਸ ਪੜ੍ਹਦੇ ਆ ਮੇਨ, ਤਾਂ ਜੋ ਵਾਈ ਦਾ ਨਾ ਰਹੇ ਵੀ ਵਾਈ ਨਾ ਪੁੱਛੇ ਬੰਦਾ ਤੋਂ ਹਨਾ, ਤੁਸੀਂ ਇੰਨਾ ਸੋਹਣਾ ਆਨਸਰ ਦਿਓ। ਦੂਜੇ ਨੰਬਰ ਤੇ ਤੁਹਾਨੂੰ ਹਰੇਕ ਐਕਸਪੈਕਟਡ ਕੁਐਸਚਨ ਪਤਾ ਹੋਵੇ ਵੀ ਇਹਦੋਂ ਬਾਅਦ ਆਹ ਕੁਐਸਚਨ ਆ ਸਕਦਾ, ਮੈਂ ਇਹਦੇ ਲਈ ਤਿਆਰ ਹਾਂ, ਤਾਂ ਜੋ ਤੁਸੀਂ ਉੱਥੇ ਜਾ ਕੇ ਸੁਣਨਾ ਹੋਵੇ, ਤਾਂ ਜੋ ਤੁਸੀਂ ਉੱਥੇ ਜਾ ਕੇ ਤੁਹਾਡੇ ਕੋਲ ਕੰਟੈਂਟ ਦੀ ਕਮੀ ਨਾ ਹੋਵੇ, ਤੁਹਾਨੂੰ ਪਹਿਲਾਂ ਪਤਾ ਹੋਵੇ ਵੀ ਐਸਾ ਕੁਐਸਚਨ ਆ ਸਕਦਾ ਸਾਡੇ ਕੋਲ। ਠੀਕ ਹੈ, ਸੋ ਆਹ ਕੁਝ ਟੌਪਿਕ ਨੇ ਤੁਸੀਂ ਸਾਰੇ ਜਣੇ ਕਰ ਸਕਦੇ ਹੋ। ਠੀਕ ਆ, ਹੁਣ